ਹੈਲੋ ਸਟੂਡੈਂਟਸ। ਬੇਟਾ ਇਸ ਵੀਡੀਓ ਵਿੱਚ ਆਪਾਂ ਜੋ ਆਪਣਾ 9th ਕਲਾਸ ਦਾ ਇੰਗਲਿਸ਼ ਦਾ ਫਾਈਨਲ ਐਗਜ਼ਾਮ ਹੋਇਆ ਸੀ 15th ਆਫ ਮਾਰਚ ਨੂੰ, ਉਸ ਨੂੰ ਆਪਾਂ ਸੋਲਵ ਕਰਾਂਗੇ। ਤਾਂ ਤੁਸੀਂ ਆਪਣੇ ਆਨਸਰ ਇਸ ਨਾਲ ਚੈੱਕ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਤੁਹਾਡੇ ਕਿਹੜੇ ਕਿਹੜੇ ਕੁਐਸਚਨਸ ਠੀਕ ਜਾਂ ਗਲਤ ਹੋਏ। ਤਾਂ ਫਸਟ ਆਫ ਆਲ ਯੂ ਕੈਨ ਸੀ ਹੇਅਰ ਅ ਪੈਸੇਜ। ਵੀ ਵਿਲ ਨੋਟ ਵੇਸਟ ਆਵਰ ਟਾਈਮ ਇਨ ਰੀਡਿੰਗ ਦਾ ਪੈਸੇਜ। ਤੁਸੀਂ ਇਸ ਪੈਸੇਜ ਨੂੰ ਪੜ੍ਹ ਸਕਦੇ ਹੋ, ਵੀਡੀਓ ਨੂੰ ਪੌਜ਼ ਕਰਕੇ ਆਰਾਮ ਨਾਲ ਪੜ੍ਹ ਸਕਦੇ ਹੋ। ਅਤੇ ਮੈਂ ਇਸ ਨੂੰ ਸਟੱਡੀ ਕਰ ਲਿਆ, ਤਾਂ ਆਪਾਂ ਡਾਇਰੈਕਟਲੀ ਕਮਸ ਟੂ ਕੁਐਸਚਨ ਨੰਬਰ 1। ਠੀਕ ਹੈ, ਕੁਐਸਚਨ ਨੰਬਰ 1 'ਤੇ ਆਪਾਂ ਆਉਂਦੇ ਹਾਂ ਸਿੱਧਾ ਹੀ। ਤਾਂ ਵੀ ਸ਼ੁੱਡ ਬੀ ਸਿਲੈਕਟਿਵ ਬਿਕੋਜ਼ ਸਾਨੂੰ ਸਿਲੈਕਟਿਵ ਕਿਉਂ ਹੋਣਾ ਚਾਹੀਦਾ ਹੈ? ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਬੁੱਕਸ ਨੇ, ਇਸ ਕਰਕੇ ਵੀ ਸ਼ੁੱਡ ਬੀ ਸਿਲੈਕਟਿਵ। ਆਪਸ਼ਨ ਏ ਇਜ਼ ਰਾਈਟ ਆਂਸਰ। ਦੇਰ ਇਜ਼ ਅ ਗ੍ਰੇਟ ਨੰਬਰ ਆਫ ਬੁੱਕਸ ਅਵੇਲੇਬਲ ਟੂ ਅਸ। ਓਕੇ, ਐਂਡ ਨੈਕਸਟ ਇਜ਼ ਕੁਐਸਚਨ ਨੰਬਰ 2। ਵੀ ਸ਼ੁੱਡ ਅਵੋਇਡ ਦੋਜ਼ ਬੁੱਕਸ ਵਿਚ। ਤੁਹਾਨੂੰ ਕਿਹੜੀਆਂ ਬੁੱਕਸ ਅਵੋਇਡ ਕਰਨੀਆਂ ਚਾਹੀਦੀਆਂ ਨੇ? ਦੋਜ਼ ਬੁੱਕਸ ਵਿਚ, ਆਪਸ਼ਨ ਸੀ, ਕਰਪਟ ਆਵਰ ਲਾਈਫਸ ਬਾਈ ਸੁਜੈਸਟਿੰਗ ਈਵਲਸ। ਸਾਨੂੰ ਇਹ ਵਾਲੀਆਂ ਬੁੱਕਸ ਅਵੋਇਡ ਕਰਨੀਆਂ ਚਾਹੀਦੀਆਂ ਨੇ। ਰਾਈਟ ਆਂਸਰ ਇਜ਼ ਆਪਸ਼ਨ ਸੀ। ਐਂਡ ਹੇਅਰ ਇਜ਼ ਕੁਐਸਚਨ ਨੰਬਰ 3। ਦ ਡੈਸ਼ ਹੈਵ ਸਟੂਡ ਦ ਟੈਸਟ ਆਫ ਟਾਈਮ। ਓਕੇ, ਦ ਆਂਸਰ ਇਜ਼ ਹੇਅਰ ਯੂ ਕੈਨ ਸੀ ਆਪਸ਼ਨ ਡੀ। ਠੀਕ ਹੈ ਬੇਟਾ, ਇਹਦਾ ਆਂਸਰ ਕੀ ਹੈ? ਡੀ। ਅਤੇ ਜਿਹੜੀ ਕਲਾਸਿਕਸ ਬੁੱਕਸ ਨੇ, ਕਲਾਸਿਕ ਬੁੱਕਸ ਕਿਹੜੀਆਂ ਨੇ? ਉੱਪਰ ਪੈਰੇ 'ਚ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਇੱਥੇ ਆਇਆ ਨਾ, ਰਾਮਾਇਣ ਐਂਡ ਗੀਤਾ। ਹੇਅਰ ਯੂ ਕੈਨ ਸੀ ਰਾਮਾਇਣ ਐਂਡ ਗੀਤਾ, ਦੀਜ਼ ਆਰ ਕਲਾਸਿਕਸ। ਇਹਦੇ ਬਾਰੇ ਗੱਲ ਕੀਤੀ ਹੋਈ ਹੈ। ਤਾਂ ਤੁਸੀਂ ਇਸ 'ਚ ਪਜ਼ਲ ਨਹੀਂ ਹੋਣਾ ਕਿ ਇਸ ਦੋ ਦੇ ਰੱਖੇ ਨਾ ਗ੍ਰੇਟ ਕਲਾਸਿਕਸ। ਇਹ ਗ੍ਰੇਟ ਮਤਲਬ ਇਹਦਾ ਐਡਜੈਕਟਿਵ ਹੈ ਕਲਾਸਿਕਸ ਦਾ। ਗ੍ਰੇਟ ਬੁੱਕਸ ਬਾਰੇ ਗੱਲ ਨਹੀਂ ਹੋ ਰਹੀ, ਇਹ ਕਲਾਸਿਕ ਦੀ ਗੱਲ ਹੋ ਰਹੀ ਹੈ। ਕਲਾਸਿਕ ਬੁੱਕਸ ਕਿਹੜੀਆਂ ਨੇ? ਰਾਮਾਇਣ ਐਂਡ ਗੀਤਾ। ਠੀਕ ਹੈ, ਇਹਦੀ ਗੱਲ ਕਰ ਰਹੇ ਨੇ। ਤਾਂ ਆਪਣਾ ਸਹੀ ਆਂਸਰ ਕੀ ਹੋਇਆ ਇੱਥੇ? ਆਪਸ਼ਨ ਥਰਡ ਕੁਐਸਚਨ ਦਾ ਆਪਣਾ ਆਂਸਰ ਹੋਇਆ ਡੀ, ਕਲਾਸਿਕਸ। ਨੈਕਸਟ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਕੁਆਲਿਟੀ ਆਫ ਕਲਾਸਿਕ ਬੁੱਕ। ਤਾਂ ਜਿਹੜੀ ਕਲਾਸਿਕ ਬੁੱਕ ਦੀ ਆਪਾਂ ਗੱਲ ਕੀਤੀ ਹੈ, ਇਹਨਾਂ ਕਲਾਸਿਕ ਬੁੱਕਸ ਵਿੱਚ ਇਹਨਾਂ ਦਿੱਤੇ ਆਪਸ਼ਨ ਵਿੱਚੋਂ ਕਿਹੜੀ ਕੁਆਲਿਟੀ ਨਹੀਂ ਹੈ? ਦੇਖੋ ਕਿਹੜੀ ਨਹੀਂ ਹੈ। ਏ, ਸੁਜੈਸਟਿੰਗ ਈਵਲ। ਇਹ ਕਲਾਸਿਕ ਬੁੱਕਸ ਆਪਾਂ ਨੂੰ ਈਵਲਸ ਸੁਜੈਸਟ ਕਰਦੀਆਂ ਨੇ? ਨਹੀਂ, ਇਹੀ ਆਂਸਰ ਹੈ ਇਹਦਾ। ਠੀਕ ਹੈ, ਪਰ ਫਿਰ ਵੀ ਤੁਸੀਂ ਅਗਲਾ ਆਪਸ਼ਨ ਦੇਖ ਸਕਦੇ ਹੋ, ਇਨਫਲੂਐਂਸਿੰਗ ਮਾਈਂਡ ਐਂਡ ਕਰੈਕਟਰ। ਇਹ ਆਪਣੇ ਮਾਈਂਡ ਅਤੇ ਕਰੈਕਟਰ ਨੂੰ ਇਨਫਲੂਐਂਸ ਕਰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ। ਠੀਕ ਹੈ। ਅਪੀਲਿੰਗ ਮੈਨਕਾਈਂਡ ਨੂੰ ਅਪੀਲ ਕਰਦੀਆਂ ਨੇ। ਠੀਕ ਹੈ। ਸਪਿਰਿਚੁਅਲ ਇੰਜੋਏਮੈਂਟ, ਇਹ ਸਪਿਰਿਚੁਅਲ ਜੋ ਸਾਡੀ ਅਧਿਆਤਮਿਕ ਹੈ ਉਹਨੂੰ ਇੰਜੋਏਮੈਂਟ ਦਿੰਦੀਆਂ ਨੇ। ਇਹ ਵੀ ਠੀਕ ਹੈ। ਠੀਕ ਕਿਹੜਾ ਨਹੀਂ ਹੈ? ਠੀਕ ਆਪਸ਼ਨ ਏ ਨਹੀਂ ਹੈ। ਤਾਂ ਆਪਣਾ ਆਂਸਰ ਕਿਹੜਾ ਹੋਇਆ? ਆਪਸ਼ਨ ਏ। ਠੀਕ ਹੈ ਬੇਟਾ ਜੀ, ਹੁਣ ਤਾਂ ਆਪਾਂ ਚੱਲਦੇ ਹਾਂ ਨੈਕਸਟ 'ਤੇ। ਨੈਕਸਟ ਹੈ ਆਪਣਾ ਫਾਈਂਡ ਦਾ ਈਡੀਅਮ ਇਨ ਦਾ ਪੈਸੇਜ ਵਿਚ ਮੀਨਸ ਟੂ ਕੀਪ ਸਮਥਿੰਗ ਐਟ ਅ ਸਰਟਨ ਡਿਸਟੈਂਸ ਅਵੇ। ਤਾਂ ਈਡੀਅਮ ਕਿਹੜਾ ਯੂਜ਼ ਹੋਇਆ ਇਸ ਪੈਸੇਜ 'ਚ? ਤਾਂ ਈਡੀਅਮ ਇੱਕੋ ਯੂਜ਼ ਹੋਇਆ, ਉਹ ਹੈ ਆਪਸ਼ਨ ਸੀ, ਐਟ ਆਰਮਸ ਲੈਂਥ। ਇਹਦਾ ਮਤਲਬ ਹੁੰਦਾ ਦੂਰ ਰੱਖਣਾ, ਇਸ ਨੂੰ ਕਿਸੇ ਚੀਜ਼ ਨੂੰ ਦੂਰ ਰੱਖਣਾ, ਐਟ ਆਰਮਸ ਲੈਂਥ। ਸੋ ਨੈਕਸਟ ਕੀ ਆਪਾਂ ਦੇਖ ਸਕਦੇ ਹਾਂ, ਇੱਕ ਪੋਸਟਰ ਹੈ ਆਪਣੇ ਕੋਲ। ਇਹ ਪੋਸਟਰ ਤੁਸੀਂ ਦੇਖ ਸਕਦੇ ਹੋ। ਫੀਟ ਆਰਗੇਨਾਈਜ਼ਡ ਬਾਈ ਸੈਂਟ ਜੌਨਸਨ ਸਕੂਲ ਆਗਰਾ ਇਨ ਏਡ ਆਫ ਅਰਥਕੁਏਕ ਵਿਕਟਿਮਸ। ਕਿਹਦੇ ਵਿਕਟਿਮ ਬਾਰੇ? ਅਰਥਕੁਏਕ ਵਿਕਟਿਮਸ ਜਿਹੜੇ ਹੈਗੇ ਨੇ ਉਹਨਾਂ ਨੂੰ ਏਡ ਕਰਨ ਵਾਸਤੇ, ਸਹਾਇਤਾ ਕਰਨ ਵਾਸਤੇ ਇਹ ਹੈ। ਤਾਂ ਕਿੱਥੇ? ਔਨ ਸੰਡੇ ਦਾ 21 ਮਾਰਚ 2021 ਫਰੋਮ 9 to 5 ਐਟ ਸਕੂਲ ਕੈਂਪਸ, ਅ ਡੇ ਆਫ ਫਨ ਐਂਡ ਫਰੋਲਿਕ। ਤਾਂ ਇਹ ਦੇ ਰੱਖਣੇ ਦੇ ਇਵੈਂਟਸ ਕੀ ਨੇ? ਫੈਂਸੀ ਡਰੈਸ ਹੈ, ਜਿਮਨਾਸਟਿਕਸ ਹੈ, ਮੈਰੀਗੋ ਰਾਊਂਡਸ, ਸਨੈਕ ਸਟਾਲਸ, ਗਨ ਕੰਟੈਸਟ, ਇਲੈਕਟ੍ਰੋਨਿਕ ਗੇਮਸ ਐਂਡ ਲੱਕੀ ਡਰਾ ਵਿਲ ਆਲਸੋ ਬੀ ਹੈਲਡ। ਤੋ ਡਾਊਨਵਰਡ ਯੂ ਕੈਨ ਸੀ ਹੈਲਪ ਆਰ ਨੋਬਲ ਕਾਜ਼। ਹੈਲਪ ਕਰਨੀ ਚਾਹੀਦੀ ਆਪਾਂ ਨੂੰ। ਐਂਟਰੀ ਬਾਈ ਟਿਕਟਸ ਫ੍ਰੀ ਨਹੀਂ ਹੈ। ਓਕੇ, ਕਮ ਵਨ ਕਮ ਆਲ। ਠੀਕ ਹੈ ਜੀ, ਇਹ ਪੋਸਟਰ ਬਾਰੇ ਆਪਾਂ ਨੇ ਥੋੜ੍ਹਾ ਜਿਹਾ ਸਟੱਡੀ ਕੀਤਾ, ਤਾਂ ਤੁਸੀਂ ਇਸ ਨੂੰ ਪੌਜ਼ ਕਰਕੇ ਆਰਾਮ ਨਾਲ ਸਟੱਡੀ ਕਰ ਸਕਦੇ ਹੋ। ਤੋ ਟਰਾਈ ਟੂ ਫਾਈਂਡ ਆਫ ਦਾ ਆਂਸਰ ਆਫ ਫਸਟ ਕੁਐਸਚਨ। ਦਾ ਸਾਈਨੋਨਿਮ ਆਫ ਦਾ ਵਰਡ ਫੇਟ ਇਜ਼। ਫੇਟ ਦਾ ਜੋ ਹੈ ਸਾਈਨੋਨਿਮ ਕੀ ਹੈ, ਸਮਾਨਾਰਥ ਕੀ ਹੈ? ਇਹਦਾ ਮਤਲਬ ਹੁੰਦਾ ਹੈ ਫੀਸਟ। ਠੀਕ ਹੈ ਜੀ, ਇਹਦਾ ਆਪਸ਼ਨ ਕੀ ਹੋਇਆ? ਆਂਸਰ ਕੀ ਹੋਇਆ? ਆਪਸ਼ਨ ਸੀ, ਫੀਸਟ। ਜਦੋਂ ਆਪਾਂ ਕੋਈ ਸਟਾਲਸ ਵਗੈਰਾ ਲਗਾਉਂਦੇ ਹਾਂ, ਮੇਲਾ ਲਗਾਉਂਦੇ ਹਾਂ ਹੋਰ, ਤਾਂ ਜਾਂ ਆਪਾਂ ਏਡ ਇਕੱਠੀ ਕਰ ਸਕੀਏ ਤਾਂ ਉਸਨੂੰ ਆਪਾਂ ਫੀਸਟ ਕਹਿੰਦੇ ਹਾਂ। ਵਾਟ ਇਜ਼ ਦਾ ਪਰਪਜ਼ ਆਫ ਔਰਗਨਾਈਜ਼ਿੰਗ ਦਾ ਫੀਟ? What is the purpose of organizing the feat?
ਤਾਂ ਇਹਦਾ ਪਰਪਸ ਕੀ ਹੈ? ਇਹਦਾ ਪਰਪਸ ਸੀ ਜਿਹੜੇ ਅਰਥਕੁਏਕ ਵਿਕਟਿਮਸ ਨੇ ਉਹਨੂੰ ਹੈਲਪ ਕਰਨਾ ਆਪਾਂ ਨੇ। ਤਾਂ ਇਹਦਾ ਆਨਸਰ ਕੀ ਹੋਇਆ? ਆਪਸ਼ਨ ਏ। ਨੈਕਸਟ, ਵਾਟ ਇਜ਼ ਰਿਕੁਆਇਰਡ ਟੂ ਬੀ ਅ ਪਾਰਟ ਆਫ ਦਾ ਫੀਟ? ਇਹਦਾ ਪਾਰਟ ਬਣਨ ਵਾਸਤੇ ਫੇਟ ਦਾ ਆਪਾਂ ਨੂੰ ਕੀ ਰਿਕੁਆਇਰਡ ਹੈ? ਆਪਾਂ ਨੂੰ ਪਤਾ ਹੈ ਕਿ ਜਿਹੜੀ ਆਪਣੀ ਐਂਟਰੀ ਆ ਉਹ ਕਰਾਉਣੀ ਪੈਣੀ ਹੈ, ਆਪਾਂ ਨੂੰ ਟਿਕਟ ਲੈਣੀ ਪੈਣੀ ਹੈ। ਤਾਂ ਆਪਸ਼ਨ ਏ, ਐਂਟਰੀ ਟਿਕਟਸ ਇਹਦੀ ਰਿਕੁਆਇਰਮੈਂਟ ਹੈ। ਵਿਚ ਐਕਟੀਵਿਟੀ ਇਜ਼ ਨੋਟ ਏ ਪਾਰਟ ਆਫ ਦਾ ਫੀਟ? ਇਸ ਮੇਲੇ ਦੀ, ਇਸ ਫੀਟ ਦੀ ਇਹਨਾਂ ਵਿੱਚੋਂ ਕਿਹੜੀ ਐਕਟੀਵਿਟੀ ਇਹਦੇ ਵਿੱਚ ਨਹੀਂ ਹੈ, ਪਾਰਟ ਇਹਦਾ ਨਹੀਂ ਹੈ? ਤਾਂ ਦੇਖੋ, ਮੈਰੀ ਗੋ ਰਾਊਂਡ ਹੈ, ਗਨ ਕੰਟੈਕਸਟ ਹੈਗੇ ਨੇ, ਹੁਲਾ ਹੂਪ ਇਹ ਉਸ ਪੋਸਟਰ ਵਿੱਚ ਨਹੀਂ ਹੈ। ਸੋ ਆਪਣਾ ਆਨਸਰ ਕੀ ਹੋਇਆ? ਆਪਸ਼ਨ ਸੀ। ਵੇਅਰ ਵਿਲ ਬੀ ਦਾ ਫੀਟ ਬੀ ਗੋਇੰਗ ਟੂ ਟੇਕ ਪਲੇਸ? ਇਹ ਫੀਟ ਕਿੱਥੇ ਹੋਣ ਜਾ ਰਿਹਾ ਹੈ? ਇਹ ਹੋਣ ਜਾ ਰਿਹਾ ਸੀ ਸੈਂਟ ਜੌਨ ਸਕੂਲ। ਆਪਸ਼ਨ ਏਅਰ, ਆਪਸ਼ਨ ਡੀ, ਸੈਂਟ ਜੌਨ ਸਕੂਲ। Next we can see section B, and here are questions, MCQs. You can say here, what should one beware of? One should beware of flattery and sweetness of words. Second, name the instrument invented by the Jagdish Chandra Bose. The answer is crescograph. Sher Singh was dash years old. As we all know that he was 12 years old. We should hate our brothers. It's true or false? It's false. Fifth, does time wait for anyone? Answer is no. The boy worked for dash years in the farmhouse. The boy worked for 3 years. The boy annoyed the neighbors with his dash. Answer is pranks. What happened to the dog in the end? In the end, the dog was eaten by the crocodile. Option A. Who took the letter to the postmaster? Postmaster को letter कौन लेके गया? Lencho itself. Lencho वो आप खुद लेके गया। The answer is option A. What did Brahmin paint on the wall? The Brahmin painted an ivy leaf. Option B. Next is poetry. Here you can see 5 lines, and downwards are the questions. Name the poem and the poet. The poem is, as you know, Open the eyes and see the goat. And who is the poet? Poet is Rabindranath Tagore. What is tiller doing? You can see here, till is tilling the hard ground. Tiller is tilling the hard ground. So next is, whose garment is covered with dust? Answer is he. He, you can see here, he means God. Answer any one of the following questions. You can give answer yourself because these are subjective. You can give according to your preparation. Okay, English literature supplementary. Here are questions you can give answer yourself. And section D, vocabulary. Here comes first. Which part of speech is the word done in the given sentence? ਜਿਹੜਾ ਡਨ ਵਰਡ ਯੂਜ਼ ਕੀਤਾ ਗਿਆ ਹੈ ਸੈਂਟੈਂਸ ਵਿੱਚ, ਇਹਦਾ ਮੀਨਿੰਗ ਇਹ ਕਿਹੜਾ ਪਾਰਟ ਆਫ ਸਪੀਚ ਹੈ? ਡਨ ਆਪਾਂ ਨੂੰ ਪਤਾ ਹੈ ਕਿ ਥਰਡ ਫਾਰਮ ਹੈ ਨਾ ਵਰਬ ਦੀ, ਤੇ ਵਰਬ ਡੂ ਡਿਡ ਡਨ, ਤਾਂ ਇਹ ਕਿਹੜਾ? ਇਹ ਹੈ ਵਰਬ। ਚੂਜ਼ ਦਾ ਕਰੈਕਟ ਸਾਈਨੋਨਿਮ ਫॉर ਦਾ ਵਰਡ ਆਰਡੀਨਰੀ। ਆਰਡੀਨਰੀ ਹੁੰਦਾ ਹੈ ਸਾਧਾਰਨ, ਆਮ ਜਿਹਾ, ਤਾਂ ਆਨਸਰ ਕੀ ਹੋਇਆ? ਕਾਮਨ, ਆਪਸ਼ਨ ਬੀ। ਚੂਜ਼ ਦਾ ਕਰੈਕਟ ਐਂਟੋਨਿਮ ਫॉर ਦਾ ਵਰਡ ਵਾਈਲਡ। ਵਾਈਲਡ ਹੁੰਦਾ ਜੰਗਲੀ, ਅਤੇ ਜਿਸ ਨੂੰ ਅਸੀਂ ਘਰੇ ਪਾਲਦੇ ਹਾਂ ਉਸ ਨੂੰ ਕਹਿੰਦੇ ਹਾਂ ਡੋਮੈਸਟਿਕ। ਆਪਸ਼ਨ ਡੀ। ਐਂਡ ਹੇਅਰ ਯੂ ਕੈਨ ਸੀ ਲਾਸਟ, the date of the test has not been set yet. ਟੈਸਟ ਦੀ ਜਿਹੜੀ ਡੇਟ ਹੈ ਅਜੇ ਤੱਕ ਉਹ ਸੈੱਟ ਨਹੀਂ ਕੀਤੀ ਗਈ। ਤਾਂ ਸੈੱਟ ਦਾ ਮੀਨਿੰਗ ਕੀ ਹੈ?
ਸੈਟ ਦਾ ਮੀਨਿੰਗ ਹੈ ਇੱਥੇ ਆਪਸ਼ਨ ਡੀ ਯਾਨੀ ਕਿ ਫਿਕਸਡ। ਉਸ ਤੋਂ ਬਾਅਦ ਬੇਟਾ ਆਪਣਾ ਟਰਾਂਸਲੇਸ਼ਨ ਦਾ ਆ ਜਾਂਦਾ, ਦੇਖੋ ਆਲ ਮੈਨ ਆਰ ਨੋਟ ਟਰੂ, ਸਾਰੇ ਵਿਅਕਤੀ ਸੱਚੇ ਨਹੀਂ ਹੁੰਦੇ, ਆਪਸ਼ਨ ਏ। ਯੂਅਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ, ਤੁਹਾਡਾ ਯੰਤਰ ਇੱਕ ਸ਼ਾਨਦਾਰ ਚੀਜ਼ ਹੈ, ਆਪਸ਼ਨ ਏ। ਨਾਈਟ ਫੈਲ, ਰਾਤ ਹੋ ਗਈ, ਰਾਤ ਪੈ ਗਈ ਸੀ ਜਾਂ ਰਾਤ ਹੋ ਗਈ, ਆਪਸ਼ਨ ਸੀ। ਇਨ ਦ ਐਂਡ ਵਿਕਟਰੀ ਵਾਜ਼ ਹਿਸ, ਅੰਤ ਵਿੱਚ ਜਿੱਤ ਉਸ ਦੀ ਸੀ, ਆਪਸ਼ਨ ਡੀ। ਦੇਰ ਆਰ ਨੋ ਮੈਨ ਇਨ ਦ ਵਿਲੇਜ, ਪਿੰਡ ਵਿੱਚ ਕੋਈ ਆਦਮੀ ਨਹੀਂ ਹੈ, ਪਿੰਡ ਵਿੱਚ ਕੋਈ ਆਦਮੀ ਨਹੀਂ ਹੈ। ਅੱਗੇ ਦੇਖੋ ਚੂਜ਼ ਦਾ ਕਰੈਕਟ ਟਰਾਂਸਲੇਸ਼ਨ। ਓਕੇ, ਇਹ ਆਪਾਂ ਹੁਣ ਕਰਨੀ ਹੈ ਪੰਜਾਬੀ ਤੋਂ ਇੰਗਲਿਸ਼। ਤਾਂ ਫਸਟ ਕੀ ਹੈ, ਆਓ ਬਾਹਰ ਚੱਲੀਏ, ਲੈਟਸ ਗੋ ਆਊਟ, ਆਪਸ਼ਨ ਏ ਇਜ਼ ਰਾਈਟ ਆਂਸਰ। ਅੱਗੇ ਹੈ ਬੇਟਾ ਚਾਹ ਤਿਆਰ ਹੈ, ਟੀ ਇਜ਼ ਰੈਡੀ, ਆਪਸ਼ਨ ਬੀ। 7:15 ਵਜੇ ਹਨ, ਇਟ ਇਜ਼ (7:15), ਆਪਸ਼ਨ ਸੀ। ਨੈਕਸਟ ਹੈ ਤੁਸੀਂ ਮੇਰੀ ਮਦਦ ਕਦੋਂ ਕਰੋਗੇ, ਵੈਨ ਵਿਲ ਯੂ ਹੈਲਪ ਮੀ, ਆਪਸ਼ਨ ਡੀ। ਉਹ ਕਿੱਥੇ ਜਾ ਰਹੀ ਹੈ, ਵੇਅਰ ਇਜ਼ ਸ਼ੀ ਗੋਇੰਗ, ਆਪਸ਼ਨ ਬੀ। ਉਸ ਤੋਂ ਬਾਅਦ ਦੇਖੋ ਡੂ ਐਜ਼ ਡਾਇਰੈਕਟਡ। ਫਸਟ ਹੈ ਡਿਡ ਯੂ ਸੀ ਡੈਸ਼ ਗਰਲਸ ਦੇਅਰ, ਤਾਂ ਆਂਸਰ ਇਜ਼ did you see any girls there? She is dash MLA, answer is she is an MLA, option B. Fill in the blanks with suitable models. You dash take exercise daily, you should take exercise daily. And he dash not insult me, he dare not insult me. Put suitable prepositions in the blanks. He was born dash 2000, he was born in. He jumped the river, he jumped into the river. Choose the suitable connectors. A month has passed dash he came here, option C is the right answer, since he came here. Make hay dash the sun shines, make a while the sun shines. ਉਸ ਤੋਂ ਬਾਅਦ ਦੇਖੋ ਬੇਟਾ ਚੂਜ਼ ਦਾ ਕਰੈਕਟ ਪੈਸਿਵ ਵੌਇਸ। ਓਕੇ, he was eating an orange, answer is an orange was being eaten by him, option D. Choose the correct sentence. Correct sentence out of 4 you can see right one is I wrote him yesterday, B. And here downwards you can see suppose you are Surjit, write an email. Okay, email you can write yourself, and or options you can see here, read the given passage carefully and make notes. You can do any one out of these. ਤਾਂ ਬੇਟਾ ਉਸ ਤੋਂ ਬਾਅਦ ਦੇਖੋ ਇਹ ਤੁਸੀਂ ਨੋਟਸ ਜਦੋਂ ਬਣਾ ਲਏ, ਨੋਟ ਮੇਕਿੰਗ ਕਰ ਲਈ, ਉਸ ਤੋਂ ਬਾਅਦ ਜਿਹੜਾ ਨੈਕਸਟ ਹੈ 5 ਮਾਰਕਸ ਦਾ, ਉਹ ਹੈ ਕਿ ਯੂ ਹੈਵ ਟੂ ਡੈਵਲਪ ਅ ਪੈਰਾਗ੍ਰਾਫ ਨਾ ਇਧਰ ਲੋਹੜੀ ਫੈਸਟੀਵਲ ਔਰ ਅੰਮ੍ਰਿਤਸਰ ਗੁਰੂ ਕੀ ਨਗਰੀ ਹੈ ਨਾ, ਯੂ ਹੈਵ ਟੂ ਰਾਈਟ ਐਨੀ ਵਨ ਐਂਡ ਯੂ ਕੈਨ ਰਾਈਟ ਇਟ ਵੈਰੀ ਵੈਲ। ਐਂਡ ਡਾਊਨਵਰਡਸ ਤੁਸੀਂ ਕੀ ਕਰਨਾ ਹੈ, ਸਪੋਜ਼ ਯੂ ਆਰ ਸਤਨਾਮ ਐਂਡ ਯੂ ਹੈਵ ਟੂ ਰਾਈਟ ਰਾਈਟ ਅ ਲੈਟਰ ਟੂ ਯੂਰ ਫਰੈਂਡ ਅਪੋਲੋਜਾਈਜ਼ਿੰਗ ਹਰ ਨੋਟ ਫॉर ਅਟੈਂਡਿੰਗ ਹਰ ਬਰਥਡੇ ਪਾਰਟੀ। ਅਤੇ ਬਰਥਡੇ ਪਾਰਟੀ ਦੇ ਨਹੀਂ ਤੁਸੀਂ ਅਟੈਂਡ ਕਰ ਸਕੇ, ਤੁਸੀਂ ਲੈਟਰ ਲਿਖਣਾ ਜਾਂ ਇੱਕ ਮੈਗਜ਼ੀਨ ਦਾ ਆਰਡਰ ਦੇਣਾ ਵਗੈਰਾ ਵਗੈਰਾ, ਇਹ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਠੀਕ ਹੈ, ਤਾਂ ਬੇਟਾ ਇਹ ਸੀ ਆਪਣਾ ਇਸ 9th ਕਲਾਸ ਦਾ ਫਾਈਨਲ ਐਗਜ਼ਾਮ ਦਾ ਵੀਡੀਓ। ਤਾਂ ਤੁਸੀਂ ਮੈਚ ਕਰਕੇ ਆਪਦੇ ਦੇਖ ਸਕਦੇ ਹੋ ਕਿੱਥੇ ਤੁਹਾਨੂੰ ਠੀਕ ਲੱਗਿਆ, ਕਿੱਥੇ ਗਲਤੀ ਲੱਗੀ। ਥੈਂਕ ਯੂ ਬੇਟਾ। So friends, this was all about the video, and if you liked the video then subscribe the channel and like, share and comment here, and press the bell icon also so that you can get
notification for every new video on this topic. And so till then, see you, take care, bye, meet you soon.